हाँ जी, सत श्री अकाल सारिਆਂ ਨੂੰ स्वागत करते हैं ਤੁਹਾਡਾ ਸਮਾਰਟਕ ਐਜੂਕੇਸ਼ਨ ਦੇ YouTube ਚੈਨਲ ਤੇ। आई होप ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਐਂਡ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਮਾਰਟਕ ਐਜੂਕੇਸ਼ਨ ਦੇ YouTube ਚੈਨਲ ਤੇ ਟੈਲੀ ਪ੍ਰਾਈਮ ਦੀ ਬੇਸਿਕ ਟੂ ਐਡਵਾਂਸ ਦੀ ਸੀਰੀਜ਼ ਚੱਲ ਰਹੀ ਹੈ, ਜਿਸ ਦੀ ਕਿ ਲਾਸਟ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਆਪਾਂ ਸਟਾਕ ਜਰਨਲ ਐਂਟਰੀਜ਼ ਕਿੱਦਾਂ ਰਿਕਾਰਡ ਕਰ ਸਕਦੇ ਆ ਟੈਲੀ ਪ੍ਰਾਈਮ ਦੇ ਵਿੱਚ। ਮੀਨਸ ਇੱਕ ਗੋਡਾਊਨ ਤੋਂ ਦੂਸਰੇ ਗੋਡਾਊਨ ਦੇ ਵਿੱਚ ਮਟੀਰੀਅਲ ਕਿੱਦਾਂ ਟ੍ਰਾਂਸਫਰ ਕੀਤਾ ਜਾ ਸਕਦਾ ਹੈ, ਇਹ ਆਪਾਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ। ਤਾਂ ਜਿਹੜੇ ਸਟੂਡੈਂਟਸ ਨੇ ਲਾਸਟ ਵੀਡੀਓ ਨਹੀਂ ਦੇਖੀ ਹੈ ਤਾਂ ਤੁਹਾਨੂੰ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਐਂਡ ਜਿਹੜੇ ਸਟੂਡੈਂਟ ਸਾਡੇ ਚੈਨਲ ਤੇ ਨਿਊ ਨੇ ਐਂਡ ਜਿਨ੍ਹਾਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਂਡ ਜਿਨ੍ਹਾਂ ਨੇ ਹੁਣ ਤੱਕ ਟੈਲੀ ਪ੍ਰਾਈਮ ਦੀ ਇੱਕ ਵੀ ਵੀਡੀਓ ਨਹੀਂ ਦੇਖੀ ਹੈ ਤਾਂ ਤੁਹਾਨੂੰ ਸਾਰੀ ਵੀਡੀਓਜ਼ ਦਾ ਲਿੰਕ 1 by 1 ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਤੁਸੀਂ ਉੱਥੋਂ ਸਾਰੀ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੈਨੂਫੈਕਚਰਿੰਗ ਜਰਨਲ ਬਾਰੇ, ਮੀਨਸ ਮੈਨੂਫੈਕਚਰਿੰਗ ਵਾਊਚਰ ਬਾਰੇ, ਕਿ ਤੁਸੀਂ ਕਿਸ ਤਰ੍ਹਾਂ ਟੈਲੀ ਪ੍ਰਾਈਮ ਦੇ ਵਿੱਚ ਮੈਨੂਫੈਕਚਰਿੰਗ ਦੀ ਐਂਟਰੀ ਜਿਹੜੀ ਹੈ ਉਹ ਰਿਕਾਰਡ ਕਰ ਸਕਦੇ ਹੋ। ਤਾਂ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਹੈ, ਬਿਲਕੁਲ ਲਾਸਟ ਤੱਕ ਦੇਖਣਾ ਹੈ। ਤਾਂ ਮੈਂ ਹਾਂ ਪਵਨੀਤ ਕੌਰ, ਤਾਂ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਮੈਂ ਸਮਾਰਟਕ ਐਜੂਕੇਸ਼ਨ ਦੀ ਕੰਪਨੀ ਟੈਲੀ ਪ੍ਰਾਈਮ ਦੇ ਵਿੱਚ ਓਪਨ ਕਰ ਲਈ ਹੈ ਤੇ ਅੱਜ ਦੀ ਵੀਡੀਓ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਮੈਨੂਫੈਕਚਰਿੰਗ ਵਾਊਚਰ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਆਪਾਂ ਮੈਨੂਫੈਕਚਰਿੰਗ ਦੀ ਐਂਟਰੀ ਕਿੱਦਾਂ ਰਿਕਾਰਡ ਕਰ ਸਕਦੇ ਹਾਂ ਟੈਲੀ ਪ੍ਰਾਈਮ ਦੇ ਵਿੱਚ, ਤੇ ਇਹ ਆਪਾਂ ਦੇਖਾਂਗੇ ਵਿਦ ਐਗਜ਼ਾਮਪਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਕੋਲ ਇੱਕ ਐਗਜ਼ਾਮਪਲ ਹੈ ਜਿਸ ਨੂੰ ਆਪਾਂ ਫੋਲੋ ਕਰਦੇ ਹੋਏ ਅੱਜ ਮੈਨੂਫੈਕਚਰਿੰਗ ਵਾਊਚਰ ਦੀ ਐਂਟਰੀ ਨੂੰ ਦੇਖਾਂਗੇ। ਤਾਂ ਆਪਾਂ ਪਹਿਲਾਂ ਫਰਸਟ ਸਟੈਪ ਨੂੰ ਪੜ੍ਹਦੇ ਹਾਂ। ਟੂ ਮੈਨੂਫੈਕਚਰ ਕੰਪਿਊਟਰ following stock items will be assembled। मीन सब तो पहला अपन इत्थे की क्लियर हो रहा है कि आपां की मैन्युफैक्चर करना है, आपां मैन्युफैक्चर करना है कंप्यूटर। ਤਾਂ ਕੰਪਿਊਟਰ ਨੂੰ ਅਸੈਂਬਲ ਮੀਨਸ ਕੰਪਿਊਟਰ ਨੂੰ ਬਣਾਉਣ ਲਈ ਕਿਹੜੀ ਆਈਟਮਸ ਲੱਗੀਆਂ ਉਹ ਆਪਣੇ ਕੋਲ ਇੱਥੇ ਲਿਸਟ 'ਚ ਹੈ। ਮੀਨਸ ਕਦੇ ਵੀ ਆਪਾਂ ਕੋਈ ਚੀਜ਼ ਮੈਨੂਫੈਕਚਰ ਕਰਦੇ ਆ ਤਾਂ ਉਸ ਨੂੰ ਬਣਾਉਣ ਲਈ ਰॉ ਮਟੀਰੀਅਲ ਲੱਗਦਾ ਹੈ, ਉਹ ਰॉ ਮਟੀਰੀਅਲ ਹੀ ਤੁਹਾਡੀਆਂ ਸਟਾਕ ਆਈਟਮਸ ਹੀ ਹੁੰਦੀਆਂ ਨੇ। ਤਾਂ ਆਪਾਂ ਨੂੰ ਕੰਪਿਊਟਰ ਨੂੰ ਬਣਾਉਣ ਲਈ ਕੀ ਲੱਗਿਆ, ਹਾਰਡ ਡਿਸਕ ਡਰਾਈਵ, ਫਲੋਪੀ ਡਿਸਕ ਡਰਾਈਵ, CPU, ਮੋਨੀਟਰ, ਕੀਬੋਰਡ, ਮਾਊਸ। ਇਹ ਮੈਂ ਜਸਟ ਮੇਨ ਲਏ ਹੈ, ਆਪਾਂ ਜਸਟ ਇੱਕ ਐਗਜ਼ਾਮਪਲ ਨੂੰ ਪ੍ਰੈਕਟਿਸ ਕਰਕੇ ਦੇਖ ਰਹੇ ਹਾਂ। ਤਾਂ ਇਹ ਸਟਾਕ ਆਈਟਮਸ ਨੇ, ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਇਹਨਾਂ ਨੂੰ ਟੈਲੀ ਪ੍ਰਾਈਮ ਦੇ ਵਿੱਚ ਆਪਾਂ ਕ੍ਰੀਏਟ ਕਰਨਾ ਹੈ। ਤਾਂ ਕ੍ਰੀਏਟ ਕਰਨ ਦੇ ਲਈ ਆਪਾਂ ਟੈਲੀ ਪ੍ਰਾਈਮ ਤੇ ਜਾਵਾਂਗੇ ਤੇ ਜਦੋਂ ਵੀ ਆਪਾਂ ਕ੍ਰੀਏਟ ਕਰਨੀਆਂ ਹੁੰਦੀਆਂ ਨੇ ਸਟਾਕ ਆਈਟਮਸ, ਆਪਾਂ ਕਿੱਥੇ ਜਾ ਕੇ ਕਰਦੇ ਹਾਂ, ਕ੍ਰੀਏਟ ਦੇ ਵਿੱਚ। ਤਾਂ ਤੁਸੀਂ ਕ੍ਰੀਏਟ ਤੇ ਕਲਿੱਕ ਕਰਨਾ ਹੈ। ਦੈਨ ਤੁਹਾਡੇ ਕੋਲ ਇਨਵੈਂਟਰੀ ਮਾਸਟਰਸ ਦੇ ਵਿੱਚ ਆਉਂਦਾ ਹੈ ਸਟਾਕ ਆਈਟਮ, ਤਾਂ ਤੁਸੀਂ ਇਸ ਤੇ ਕਲਿੱਕ ਕਰਕੇ ਸਟਾਕ ਆਈਟਮਸ ਨੂੰ ਕ੍ਰੀਏਟ ਕਰ ਲੈਣਾ ਹੈ। ਮੈਂ ਆਲਰੇਡੀ ਇਹ ਸਟਾਕ ਆਈਟਮਸ ਕ੍ਰੀਏਟ ਕਰ ਲਈਆਂ ਨੇ ਐਂਡ ਇਹ ਆਪਾਂ ਕਿੱਦਾਂ ਕ੍ਰੀਏਟ ਕਰਦੇ ਹਾਂ ਟੈਲੀ ਪ੍ਰਾਈਮ ਦੇ ਵਿੱਚ, ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਲੇਲਿਸਟ ਦੇ ਵਿੱਚ ਵੀਡੀਓ ਅਪਲੋਡਡ ਹੈ। ਜਿਹੜੇ ਸਟੂਡੈਂਟਸ ਨੇ ਇਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਇਸ ਵੀਡੀਓ ਦਾ ਲਿੰਕ ਲੈ ਸਕਦੇ ਹੋ। ਤਾਂ ਆਪਾਂ ਸਕੇਪ ਕਰਦੇ ਹਾਂ, ਸਕੇਪ ਕਰਕੇ ਆਪਾਂ ਦੇਖ ਲੈਂਦੇ ਹਾਂ। ਆਲਟਰ ਤੇ ਜਾਵਾਂਗੇ, ਆਲਟਰ ਤੇ ਡਬਲ ਕਲਿੱਕ ਕਰਨਾ ਹੈ, ਦੈਨ ਸਟਾਕ ਆਈਟਮ ਤੇ ਡਬਲ ਕਲਿੱਕ ਕਰਨਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਇਹ ਸਟਾਕ ਆਈਟਮਸ ਆਲਰੇਡੀ ਮੈਂ ਕ੍ਰੀਏਟ ਕਰ ਲਈਆਂ ਨੇ। ਤਾਂ ਇਸ ਤਰ੍ਹਾਂ ਤੁਸੀਂ ਵੀ ਆਪਣੇ ਟੈਲੀ ਦੇ ਵਿੱਚ ਇਹ ਸਟਾਕ ਆਈਟਮਸ ਨੂੰ ਕ੍ਰੀਏਟ ਕਰ ਲੈਣਾ ਹੈ। ਫਿਰ ਆਪਾਂ ਸਕੇਪ ਕਰਾਂਗੇ। escape ਕਰਨ ਤੋਂ ਬਾਅਦ ਆਪਾਂ ਨੈਕਸਟ ਸਟੈਪ ਨੂੰ ਪੜ੍ਹ ਲੈਂਦੇ ਹਾਂ। ਤਾਂ ਨੈਕਸਟ ਸਟੈਪ ਕੀ ਕਹਿ ਰਹੇ ਆਪਾਂ ਨੂੰ, ਪਰਚੇਜ਼ the above stock items from Birla Enterprises। ਮੀਨਸ ਤੁਸੀਂ ਜਿਹੜੀਆਂ ਇਹ ਸਟਾਕ ਆਈਟਮਸ ਕ੍ਰੀਏਟ ਕੀਤੀਆਂ ਨੇ ਇਹ ਤੁਸੀਂ ਪਰਚੇਜ਼ ਕਰਨੀਆਂ ਨੇ, ਕਿਉਂਕਿ ਅਗਰ ਆਪਣੇ ਕੋਲ ਇਸ ਦਾ ਸਟਾਕ ਹੋਏਗਾ ਇਹ ਸਟਾਕ ਆਈਟਮਸ ਦਾ, ਦੈਨ ਹੀ ਆਪਾਂ ਇਹਨੂੰ ਯੂਜ਼ ਕਰਕੇ ਕਿਸੇ ਚੀਜ਼ ਨੂੰ ਮੈਨੂਫੈਕਚਰ ਕਰ ਪਾਵਾਂਗੇ। ਤਾਂ ਇਸ ਤਰ੍ਹਾਂ ਤੁਸੀਂ ਇਹਦੇ 'ਚ ਆਪਾਂ ਨੂੰ ਦੱਸਿਆ ਹੋਇਆ ਹੈ ਵੀ ਕਿੰਨੀ ਕੁਆਂਟੀਟੀ ਪਰਚੇਜ਼ ਕੀਤੀ ਹੈ ਤੇ ਕਿਹੜੇ ਰੇਟ ਦੇ ਨਾਲ ਆਪਾਂ ਪਰਚੇਜ਼ ਕੀਤਾ ਹੈ ਬਿਰਲਾ ਐਂਟਰਪ੍ਰਾਈਜ਼ਸ ਤੋਂ। ਤਾਂ ਇਹ ਪਰਚੇਜ਼ ਦੀ ਐਂਟਰੀ ਹੈ, ਆਪਾਂ ਟੈਲੀ 'ਚ ਰਿਕਾਰਡ ਕਰ ਲੈਂਦੇ ਹਾਂ। ਤਾਂ ਆਪਾਂ ਟੈਲੀ ਓਪਨ ਕਰਾਂਗੇ ਤੇ ਜਦੋਂ ਵੀ ਆਪਾਂ ਐਂਟਰੀਜ਼ ਰਿਕਾਰਡ ਕਰਨੀਆਂ ਹੁੰਦੀਆਂ ਆਪਾਂ ਕਿੱਥੇ ਜਾਂਦੇ ਆ, ਵਾਊਚਰਸ ਦੇ ਵਿੱਚ। ਤਾਂ ਤੁਸੀਂ ਡਬਲ ਕਲਿੱਕ ਕਰ ਲੈਣਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮੇਰੇ ਕੋਲ ਪੇਮੈਂਟ ਵਾਊਚਰ ਓਪਨ ਹੈ। ਤਾਂ ਆਪਾਂ ਪਰਚੇਜ਼ 'ਚ ਐਂਟਰੀ ਰਿਕਾਰਡ ਕਰਨੀ ਹੈ ਤਾਂ ਤੁਸੀਂ ਇੱਥੇ ਪਰਚੇਜ਼ ਤੇ ਕਲਿੱਕ ਕਰੋਗੇ ਜਾਂ ਕੀਬੋਰਡ ਤੋਂ F9 ਵੀ ਪ੍ਰੈਸ ਕਰ ਸਕਦੇ ਹੋ। ਤਾਂ ਆਪਾਂ ਇਸ ਤੇ ਕਲਿੱਕ ਕਰ ਲਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਪਰਚੇਜ਼ ਦਾ ਜਿਹੜਾ ਵਾਊਚਰ ਹੈ ਉਹ ਓਪਨ ਹੋ ਚੁੱਕਿਆ ਹੈ। ਤਾਂ ਆਪਾਂ ਐਂਟਰ ਕਰਕੇ ਪਾਰਟੀ ਨੇਮ ਤੇ ਆ ਜਾਵਾਂਗੇ। ਤਾਂ ਆਪਾਂ ਨੂੰ ਪਾਰਟੀ ਨੇਮ ਕਿਹੜੀ ਦਿੱਤੀ ਗਈ ਹੈ ਜਿਸ ਤੋਂ ਆਪਾਂ ਪਰਚੇਜ਼ ਕੀਤਾ ਹੈ, ਬਿਰਲਾ ਐਂਟਰਪ੍ਰਾਈਜ਼ਸ। ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਇੱਥੇ ਰਾਈਟ ਹੈਂਡ ਸਾਈਡ ਲਿਸਟ ਓਪਨ ਹੋ ਚੁੱਕੀ ਹੈ ਲੈਜਰਸ ਦੀ। ਤਾਂ ਇਹਦੇ 'ਚ ਆਪਾਂ ਕਿਸ ਨੂੰ ਚੂਜ਼ ਕਰਾਂਗੇ, ਬਿਰਲਾ ਐਂਟਰਪ੍ਰਾਈਜ਼ਸ ਨੂੰ। ਤਾਂ ਤੁਸੀਂ ਇਸ ਤੇ ਡਬਲ ਕਲਿੱਕ ਕਰ ਲੈਣਾ ਹੈ। ਦੈਨ ਉਰੇ ਪਰਚੇਜ਼ ਲੈਜਰ ਚੂਜ਼ ਕਰੋਗੇ ਤਾਂ ਤੁਸੀਂ ਉਰੇ ਪਰਚੇਜ਼ ਨੂੰ ਡਬਲ ਕਲਿੱਕ ਕਰਕੇ ਐਡ ਕਰ ਲਓਗੇ। ਦੈਨ ਆਉਂਦਾ ਹੈ ਨੇਮ ਆਫ ਆਈਟਮਸ, ਮੀਨਸ ਜਿਹੜੀਆਂ ਵੀ ਤੁਸੀਂ ਆਈਟਮਸ ਬਿਰਲਾ ਐਂਟਰਪ੍ਰਾਈਜ਼ਸ ਤੋਂ ਪਰਚੇਜ਼ ਕੀਤੀਆਂ ਹੈ ਉਹ ਤੁਸੀਂ ਉਰੇ ਰਿਕਾਰਡ ਕਰ ਲਓਗੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਨੂੰ ਦੱਸਿਆ ਹੋਇਆ ਹੈ ਵੀ ਕਿਹੜੀ ਆਈਟਮ ਹੈ, ਕਿੰਨੀ ਉਹਦੀ ਕੁਆਂਟੀਟੀ ਹੈ ਤੇ ਕੀ ਉਹਦਾ ਰੇਟ ਹੈ। ਇਹ ਆਪਾਂ ਇਸ ਦੇ ਵਿੱਚ ਆਪਾਂ ਰਿਕਾਰਡ ਕਰ ਲੈਂਦੇ ਹਾਂ। ਤਾਂ ਤੁਸੀਂ ਸਪੇਸ ਪ੍ਰੈਸ ਕਰੋਗੇ ਤਾਂ ਤੁਹਾਡੇ ਕੋਲ ਪੂਰੀ ਲਿਸਟ ਆ ਜਾਏਗੀ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਹਾਰਡ ਡਿਸਕ ਡਰਾਈਵ। ਤਾਂ ਤੁਸੀਂ ਇੱਥੋਂ ਹਾਰਡ ਡਿਸਕ ਡਰਾਈਵ ਲੈ ਲਓਗੇ। ਹੁਣ ਇਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਗੋਡਾਊਨ। ਤਾਂ ਮਤਲਬ
ਆਪਾਂ ਇੱਥੇ ਗਡਾਊਨ ਕਿਉਂ ਪੁੱਛ ਰਿਹਾ ਹੈ ਤੇ ਗਡਾਊਨਸ ਕਿੱਦਾਂ ਕ੍ਰੀਏਟ ਹੁੰਦੇ ਹਨ ਇਹ ਵੀ ਆਪਾਂ ਆਲਰੇਡੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਆ। ਤੁਹਾਨੂੰ ਇਹਨਾਂ ਸਾਰੀਆਂ ਵੀਡੀਓਜ਼ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਤਾਂ ਹੁਣ ਆਪਾਂ ਸਟਾਕ ਆਈਟਮ ਪਰਚੇਸ ਕਰ ਰਹੇ ਤਾਂ ਆਪਾਂ ਉਸ ਨੂੰ ਕਿਤੇ ਸਟੋਰ ਕਰਕੇ ਰੱਖਾਂਗੇ ਨਾ, ਤਾਂ ਤੁਸੀਂ ਸਪੇਸ ਕਰੋਗੇ ਤਾਂ ਤੁਹਾਡੇ ਕੋਲ ਦੋ ਗਡਾਊਨ ਦੀ ਆਪਸ਼ਨ ਆ ਰਹੀ ਹੈ, ਗਡਾਊਨ A ਐਂਡ ਮੇਨ ਲੋਕੇਸ਼ਨ। ਤਾਂ ਮੈਂ ਇਹ ਗਡਾਊਨ A 'ਚ ਸਟੋਰ ਕਰਨਾ ਹੈ ਤਾਂ ਮੈਂ ਇੱਥੇ ਗਡਾਊਨ A ਸਿਲੈਕਟ ਕਰ ਲਾਂਗੀ। ਦੈਨ ਕੁਆਂਟੀਟੀ ਆ ਜਾਏਗਾ, ਕੁਆਂਟੀਟੀ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ 200 ਐਂਡ ਰੇਟ ਆਪਣਾ ਹੈ 250। ਤਾਂ 200 ਆਪਣੀ ਕੁਆਂਟੀਟੀ ਆ ਜਾਏਗੀ ਪੀਸਿਸ, 250 ਆਪਣਾ ਰੇਟ ਆ ਜਾਏਗਾ। ਇਸ ਨੂੰ ਤੁਸੀਂ ਐਂਟਰ ਕਰਕੇ ਤਾਂ ਇਸ ਤਰ੍ਹਾਂ ਤੁਸੀਂ ਇਹ ਪਰਚੇਸ ਦੀ ਐਂਟਰੀ ਪਾ ਲਈ ਆਪਾਂ। ਫਿਰ ਆਪਾਂ ਇਸ ਨੂੰ ਐਂਟਰ ਕਰਕੇ ਸੇਵ ਕਰ ਲਾਂਗੇ, ਅਸੈਪਟ ਕਰਕੇ ਤੁਹਾਡੀ ਰਿਕਾਰਡ ਹੋ ਜਾਏਗੀ। ਹੁਣ ਆਪਾਂ ਐਸਕੇਪ ਕਰਕੇ ਬਾਹਰ ਆਵਾਂਗੇ। ਤਾਂ ਇਸ ਤਰ੍ਹਾਂ ਤੁਹਾਡੀ ਜਿਹੜੀ ਪਰਚੇਸ ਦੀ ਐਂਟਰੀ ਤੁਸੀਂ ਰਿਕਾਰਡ ਕਰਨੀ ਹੈ। ਤਾਂ ਹੁਣ ਆਪਾਂ ਨੈਕਸਟ ਸਟੈਪ ਦੇਖ ਲੈਂਦੇ ਆ। ਨੈਕਸਟ ਸਟੈਪ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਹੈਗੇ ਆ, ਥਰਡ ਸਟੈਪ ਦੇ ਵਿੱਚ ਕ੍ਰੀਏਟ ਦ ਸਟਾਕ ਆਈਟਮ ਕੰਪਿਊਟਰ ਐਂਡ ਆਲਸੋ ਡਿਫਾਈਨ BOM ਮੀਨਸ ਬਿਲ ਆਫ ਮਟੀਰੀਅਲ। ਤਾਂ ਆਪਾਂ ਕੀ ਕਰਨਾ ਹੈ, ਹੁਣ ਆਪਾਂ ਜਿਹੜੀ ਮੇਨ ਆਈਟਮ ਹੈ ਜੋ ਆਪਾਂ ਮੈਨੂਫੈਕਚਰ ਕਰਨੀ ਹੈ ਉਹ ਆਪਾਂ ਕੰਪਿਊਟਰ ਕ੍ਰੀਏਟ ਕਰਾਂਗੇ। ਦੈਨ ਉਹਦੇ ਵਿੱਚ ਆਪਾਂ ਡਿਫਾਈਨ ਕਰਾਂਗੇ BOM। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰ ਲੈਂਦੇ ਆ ਵੀ BOM ਕੀ ਹੁੰਦਾ ਹੈ। BOM means list of items along with quantity details that can be allotted for the manufacture of a certain product, by-product or likewise। means bill of material ਕੀ ਹੈ ਕਿ ਕਿਸੇ ਵੀ particular ਆਈਟਮ ਨੂੰ ਮੈਨੂਫੈਕਚਰ ਕਰਨ ਦੇ ਲਈ ਜਿਹੜੀ ਆਈਟਮਸ ਯੂਜ਼ ਹੋਈਆਂ ਨੇ ਉਹਦੀ ਕੁਆਂਟੀਟੀ ਵੀ, ਕਿਹੜੀ ਆਈਟਮ ਕਿੰਨੀ ਕਿੰਨੀ ਯੂਜ਼ ਹੋਈ ਹੈ, ਇਹ ਸਾਰੀ ਜਿਹੜੀ ਡਿਟੇਲ ਹੁੰਦੀ ਹੈ ਇਹ ਆਪਾਂ ਕਿੱਥੇ ਡਿਫਾਈਨ ਕਰਦੇ ਹਾਂ, BOM ਦੇ ਵਿੱਚ ਡਿਫਾਈਨ ਕਰਦੇ ਹਾਂ। ਤੇ BOM ਕ੍ਰੀਏਟ ਕਿੱਥੇ ਹੁੰਦਾ ਹੈ, ਬਿਲਸ ਆਫ ਮਟੀਰੀਅਲ ਇਜ਼ ਕ੍ਰੀਏਟਿਡ ਓਨਲੀ ਫॉर ਦੋਜ਼ ਆਈਟਮਸ ਦੈਟ ਆਰ ਬੀਇੰਗ ਅਸੈਂਬਲਡ ਇਨ ਦ ਹਾਊਸ। ਮੀਨਸ BOM ਉਸ ਦੇ ਵਿੱਚ ਡਿਫਾਈਨ ਹੋਏਗਾ ਜਿਹੜੀ ਆਈਟਮ ਮੈਨੂਫੈਕਚਰ ਹੋਣੀ ਹੈ, ਨਾ ਕਿ ਸਾਰੀਆਂ ਆਈਟਮਸ ਦੇ ਵਿੱਚ। ਜਿਵੇਂ ਹੁਣ ਆਪਾਂ ਕੰਪਿਊਟਰ ਨੂੰ ਮੈਨੂਫੈਕਚਰ ਕਰਨਾ ਹੈ ਤਾਂ ਜਦੋਂ ਆਪਾਂ ਕੰਪਿਊਟਰ ਸਟਾਕ ਆਈਟਮ ਨੂੰ ਕ੍ਰੀਏਟ ਕਰਾਂਗੇ ਉਹਦੇ ਵਿੱਚ ਆਪਾਂ BOM ਡਿਫਾਈਨ ਕਰਾਂਗੇ। ਐਂਡ BOM ਡਿਫਾਈਨ ਕਦੋਂ ਹੁੰਦਾ, ਜਦੋਂ ਆਪਾਂ ਸਟਾਕ ਆਈਟਮ ਕ੍ਰੀਏਟ ਕਰਦੇ ਆ ਉਸ ਟਾਈਮ ਇਹ ਡਿਫਾਈਨ ਹੁੰਦਾ। ਤਾਂ ਆਪਾਂ ਦੇਖ ਲੈਂਦੇ ਹਾਂ ਇਹ ਆਪਾਂ ਕਿੱਦਾਂ ਡਿਫਾਈਨ ਕਰਨਾ ਹੈ। ਤਾਂ ਆਪਾਂ ਟੈਲੀ ਓਪਨ ਕਰ ਲਾਂਗੇ। ਤਾਂ ਜਦੋਂ ਆਪਾਂ ਸਟਾਕ ਆਈਟਮ ਕ੍ਰੀਏਟ ਕਰਨੀ ਹੈ ਤਾਂ ਆਪਾਂ ਕਿੱਥੇ ਜਾਵਾਂਗੇ, ਕ੍ਰੀਏਟ ਤੇ ਡਬਲ ਕਲਿੱਕ ਕਰਾਂਗੇ। ਦੈਨ ਇਨਵੈਂਟਰੀ ਮਾਸਟਰ ਦੇ ਵਿੱਚ ਤੁਹਾਡਾ ਆ ਜਾਏਗਾ ਸਟਾਕ ਆਈਟਮ। ਹੁਣ ਆਪਾਂ ਨੇਮ ਲਿਖਾਂਗੇ ਜੋ ਆਪਾਂ ਕ੍ਰੀਏਟ ਕਰਨਾ ਹੈ, ਤਾਂ ਆਪਾਂ ਕੰਪਿਊਟਰ ਲਿਖਾਂਗੇ। ਦੈਨ ਐਂਟਰ ਪ੍ਰੈਸ ਕਰੋਗੇ। ਅਗਰ ਤੁਸੀਂ ਅੰਡਰ ਗਰੁੱਪ ਐਂਡ ਕੈਟਾਗਰੀ ਡਿਫਾਈਨ ਕਰਨੀ ਹੈ ਤਾਂ ਤੁਸੀਂ ਉਰੇ ਡਿਫਾਈਨ ਕਰ ਸਕਦੇ ਹੋ। ਮੈਂ ਨਹੀਂ ਡਿਫਾਈਨ ਕਰਨੀ ਤਾਂ ਆਪਾਂ ਹੁਣ ਇੱਥੇ ਯੂਨਿਟਸ ਲੈ ਲਾਂਗੇ। ਯੂਨਿਟਸ ਕੀ ਹੈ ਕਿ ਤੁਸੀਂ ਇਸ ਨੂੰ ਕਿੱਦਾਂ ਮੈਜਰ ਕਰ ਰਹੇ ਹੋ, ਤਾਂ ਮੈਂ ਇਹ ਲਵਾਂਗੀ ਪੀਸਿਸ ਦੇ ਵਿੱਚ, ਤਾਂ ਆਪਾਂ ਪੀਸਿਸ ਲੈ ਲਾਂਗੇ। ਇਹ ਸਾਰਾ ਕੁਝ ਯੂਨਿਟਸ, ਕੈਟਾਗਰੀ, ਗਰੁੱਪ ਕਿੱਦਾਂ ਕ੍ਰੀਏਟ ਹੁੰਦੇ ਹੈ ਐਂਡ ਸਟਾਕ ਆਈਟਮ ਕਿੱਦਾਂ ਕ੍ਰੀਏਟ ਹੁੰਦੀ ਹੈ ਇਹ ਆਲਰੇਡੀ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਜਿਸ ਦਾ ਲਿੰਕ ਹੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਦੈਨ ਆਉਂਦਾ ਹੈ ਸੈਟ ਕੰਪੋਨੈਂਟਸ BOM, ਜੋ ਆਪਾਂ ਹੁਣੇ ਡਿਸਕਸ ਕੀਤਾ ਹੈ। ਬਿਲਸ ਆਫ ਮਟੀਰੀਅਲ ਮਤਲਬ ਆਪਾਂ ਉਰੇ ਕੀ ਡਿਫਾਈਨ ਕਰਨਾ ਹੈ ਕਿ ਕੰਪਿਊਟਰ ਨੂੰ ਬਣਾਉਣ ਲਈ ਕਿਹੜੀ ਕਿਹੜੀ ਸਟਾਕ ਆਈਟਮ ਲੱਗੀ ਹੈ, ਜਾਂ ਕਹਿ ਦੋ ਵੀ ਕਿਹੜਾ ਕਿਹੜਾ ਰॉ ਮਟੀਰੀਅਲ ਲੱਗਾ ਹੈ। ਤਾਂ ਤੁਸੀਂ ਇਸ ਨੂੰ ਯੈਸ ਕਰ ਦੇਣਾ ਹੈ। ਯੈਸ ਕਰਕੇ ਤੁਸੀਂ ਨੇਮ ਆਫ ਬਿਲਸ ਆਫ ਮਟੀਰੀਅਲ ਰੱਖਣਾ ਹੈ। ਮੈਂ ਇਹ ਕੰਪਿਊਟਰ ਹੀ ਰੱਖ ਲੈਂਦੀ ਹਾਂ। ਦੈਨ ਤੁਸੀਂ ਕਰਨਾ ਹੈ ਐਂਟਰ ਪ੍ਰੈਸ। ਤਾਂ ਹੁਣ ਇੱਥੇ ਕੀ ਕਹਿ ਰਿਹਾ ਹੈ, ਯੂਨਿਟ ਆਫ ਮੈਨੂਫੈਕਚਰ ਮੀਨਸ ਵੀ ਤੁਸੀਂ ਕਿੰਨੀ ਯੂਨਿਟ ਆਫ ਮੈਨੂਫੈਕਚਰ ਡਿਫਾਈਨ ਕਰਨੀ ਹੈ। ਤਾਂ ਇੱਥੇ ਹਮੇਸ਼ਾ ਆਪਾਂ ਇੱਕ ਯੂਨਿਟ ਡਿਫਾਈਨ ਕਰਦੇ ਆ ਵੀ ਇੱਕ ਕੰਪਿਊਟਰ ਨੂੰ ਬਣਾਉਣ ਦੇ ਲਈ ਤੁਹਾਨੂੰ ਕਿਹੜੀ ਕਿਹੜੀ ਆਈਟਮ ਲੱਗੀ ਹੈ। ਤਾਂ ਇੱਥੇ ਤੁਸੀਂ 1 ਨੂੰ ਡਿਫਾਈਨ ਕਰੋਗੇ, ਕਿਉਂਕਿ ਜੋ ਇੱਕ ਨੂੰ ਬਣਾਉਣ ਦੇ ਲਈ ਲੱਗਿਆ ਹੋਏਗਾ, ਚਾਹੇ ਤੁਸੀਂ 100 ਕ੍ਰੀਏਟ ਕਰ ਲਓ ਚਾਹੇ 1000 ਕ੍ਰੀਏਟ ਕਰ ਲਓ, ਉਹ ਆਪਣੇ ਆਪ ਉਸ ਅਕੋਰਡਿੰਗ ਕੈਲਕੂਲੇਸ਼ਨ ਕਰ ਲਏਗਾ। ਤਾਂ ਤੁਸੀਂ ਇੱਥੇ ਐਂਟਰ ਕਰ ਲੈਣਾ ਹੈ। ਦੈਨ ਉਰੇ ਤੁਸੀਂ ਆਈਟਮਸ ਡਿਫਾਈਨ ਕਰਨੀਆਂ ਨੇ ਜਿਹੜੀਆਂ ਕਿ ਆਪਣੀਆਂ ਕੰਪਿਊਟਰ ਨੂੰ ਮੈਨੂਫੈਕਚਰ ਦੇ ਵਿੱਚ ਯੂਜ਼ ਹੋਣਗੀਆਂ। ਤਾਂ ਸਭ ਤੋਂ ਪਹਿਲਾਂ ਆਪਾਂ CPU ਹੀ ਲੈ ਲੈਂਦੇ ਹਾਂ। ਦੈਨ ਆ ਜਾਂਦਾ ਗਡਾਊਨ। ਗਡਾਊਨ ਇੱਥੇ ਕਿਹੜਾ ਗਡਾਊਨ ਤੁਸੀਂ ਡਿਫਾਈਨ ਕਰਨਾ ਜਿੱਥੇ ਤੁਹਾਡੀ ਸਟਾਕ ਆਈਟਮਸ ਪਈਆਂ ਨੇ। ਤਾਂ ਆਪਾਂ ਪਰਚੇਸ ਟਾਈਮ ਜਿਹੜੀਆਂ ਆਈਟਮਸ ਸੀਗੀਆਂ ਕਿੱਥੇ ਰੱਖੀਆਂ ਸੀ, ਗਡਾਊਨ A ਦੇ ਵਿੱਚ। ਤਾਂ ਆਪਾਂ ਇੱਥੇ ਗਡਾਊਨ A ਸਿਲੈਕਟ ਕਰਾਂਗੇ। ਦੈਨ ਕੁਆਂਟੀਟੀ ਮੀਨਸ ਇੱਕ ਕੰਪਿਊਟਰ ਨੂੰ ਬਣਾਉਣ ਲਈ ਕਿੰਨਾ CPU ਲੱਗਦਾ ਹੈ, ਇੱਕ ਲੱਗਦਾ ਹੈ, ਆਪਾਂ ਇਹ ਦੱਸਦਾ।
दैन आ जाएगा फ्लॉपी डिस्क ड्राइव, तुसीं सिलेक्ट कर लिया, गडाउन सिलेक्ट कर लिया, फ्लॉपी भी एक लग रही है। दैन आपां हार्ड डिस्क ड्राइव ते क्लिक कर लिया, दैन ये अपना गडाउन ए हो गया। दैन उस तो बाद ਆਪਾਂ ਇੱਥੇ ਵੀ ਇਹ ਇੱਕ ਪੀਸ यूज़ कर रहे हैं। दैन आ जाएगा अपना कीबोर्ड। इस तरह तुसी ਜਿਹੜੀ आइटम जिन्नी क्वांटिटी ਦੇ ਵਿੱਚ ਲੱਗੀ ਹੈ ਇੱਕ ਚੀਜ਼ ਨੂੰ ਬਣਾਉਣ ਲਈ ਉਹ ਤੁਸੀਂ ਉਰੇ ਡਿਫਾਈਨ ਕਰ ਦੇਣੀ ਹੈ। ਤਾਂ ਆਪਾਂ ਇੱਥੇ ਡਿਫਾइन कर ਦਾਂਗੇ। ਇਹ ਆ ਗਿਆ ਆਪਣਾ ਲਾਸਟ ਦੇ ਵਿੱਚ ਮਾਊਸ। ਤਾਂ ਇਸ ਤਰ੍ਹਾਂ ਮੈਂ ਡਿਫਾइन करता कि एक कंप्यूटर ਨੂੰ ਬਣਾਉਣ ਲਈ ਮੇਰੇ ਇਹ ਆਈਟਮਸ ਲੱਗੀਆਂ ਨੇ ਤੇ ਇੰਨੀ ਕੁਆਂਟੀਟੀ 'ਚ ਲੱਗੀਆਂ ਨੇ। ਤਾਂ ਤੁਸੀਂ ਇਸ ਨੂੰ ਐਂਟਰ ਕਰਕੇ ਸੇਵ ਕਰ ਦੇਣਾ ਹੈ। ਤਾਂ ਇਸ ਤਰ੍ਹਾਂ ਆਪਾਂ ਜਦੋਂ ਆਪਾਂ ਮੇਨ ਆਈਟਮ ਜੋ ਫਿਨਿਸ਼ ਗੁੱਡ ਹੈ ਜੋ ਮੈਨੂਫੈਕਚਰ ਹੋਣਾ ਹੈ ਉਸ ਨੂੰ ਕ੍ਰੀਏਟ ਕਰਦੇ ਟਾਈਮ ਬਿਲਸ ਆਫ ਮਟੀਰੀਅਲ ਡਿਫਾइन ਕਰਦੇ ਹਾਂ। ਤਾਂ ਤੁਸੀਂ ਇਸ ਨੂੰ ਐਂਟਰ ਕਰਕੇ ਸਟਾਕ ਆਈਟਮ ਨੂੰ ਕ੍ਰੀਏਟ ਕਰ ਲੈਣਾ ਹੈ। ਤਾਂ ਇਹ ਹੋ ਗਿਆ ਆਪਣਾ ਥਰਡ ਸਟੈਪ। ਤਾਂ ਆਪਾਂ ਸਕੇਪ ਕਰਕੇ ਅਗੇਨ ਗੇਟਵੇ ਆਫ ਟੈਲੀ ਦੇ ਵਿੱਚ ਆ ਜਾਵਾਂਗੇ। ਹੁਣ ਆਪਾਂ ਪੜ੍ਹਦੇ ਹਾਂ ਨੈਕਸਟ ਸਟੈਪ ਕੀ ਕਹਿ ਰਿਹਾ ਆਪਾਂ ਨੂੰ, ਕ੍ਰੀਏਟ ਮੈਨੂਫੈਕਚਰਿੰਗ ਜਰਨਲ ਵਿਦ ਦ ਹੈਲਪ ਆਫ ਵਾਊਚਰ ਟਾਈਪ। ਮੀਨਸ ਹੁਣ ਆਪਾਂ ਕੀ ਕ੍ਰੀਏਟ ਕਰਨਾ ਹੈ, ਮੈਨੂਫੈਕਚਰਿੰਗ ਜਰਨਲ। ਮੀਨਸ ਟੈਲੀ ਪ੍ਰਾਈਮ ਦੇ ਵਿੱਚ ਮੈਨੂਫੈਕਚਰਿੰਗ ਦਾ ਜਿਹੜਾ ਵਾਊਚਰ ਹੈ ਉਹ ਇਨਬਿਲਟ ਨਹੀਂ ਹੁੰਦਾ, ਇਹ ਆਪਾਂ ਨੂੰ ਕ੍ਰੀਏਟ ਕਰਨਾ ਪੈਂਦਾ ਹੈ। ਕਿਸ ਦੀ ਹੈਲਪ ਨਾਲ ਕ੍ਰੀਏਟ ਕਰਨਾ ਹੈ, ਵਾਊਚਰ ਟਾਈਪ। ਤੇ ਕਿੱਦਾਂ ਕ੍ਰੀਏਟ ਹੋਏਗਾ ਆਪਾਂ ਦੇਖ ਲੈਂਦੇ ਹਾਂ। ਟੈਲੀ ਪ੍ਰਾਈਮ ਓਪਨ ਕਰੋਗੇ ਤਾਂ ਆਪਾਂ ਜਦੋਂ ਵੀ ਕੁਝ ਕ੍ਰੀਏਟ ਕਰਨਾ ਹੈ ਤਾਂ ਆਪਾਂ ਕਿੱਥੇ ਜਾ ਰਹੇ ਹਾਂ, ਕ੍ਰੀਏਟ ਤੇ ਤੁਸੀਂ ਡਬਲ ਕਲਿੱਕ ਕਰਨਾ ਹੈ। ਦੈਨ ਆ ਜਾਣਾ ਹੈ ਵਾਊਚਰ ਟਾਈਪ ਦੇ ਵਿੱਚ। ਤੁਸੀਂ ਇੱਥੇ ਜਦੋਂ ਵੀ ਕੋਈ ਵਾਊਚਰ ਕ੍ਰੀਏਟ ਕਰਨਾ ਹੈ ਨਿਊ, ਉਹ ਤੁਸੀਂ ਵਾਊਚਰ ਟਾਈਪ ਦੇ ਵਿੱਚ ਕ੍ਰੀਏਟ ਕਰੋਗੇ। ਤਾਂ ਤੁਸੀਂ ਇਸ ਨੂੰ ਡਬਲ ਕਲਿੱਕ ਕਰਨਾ ਹੈ। ਉਰੇ ਆਪਾਂ ਨੇਮ ਦੇ ਦਿੰਨੇ ਆ ਮੈਨੂਫੈਕਚਰਿੰਗ ਜਰਨਲ, ਐਂਟਰ ਕਰੋਗੇ। ਹੁਣ ਇਹ ਕਹਿ ਰਿਹਾ ਕਿ ਟਾਈਪ ਆਫ ਵਾਊਚਰ ਸਿਲੈਕਟ ਕਰਨਾ ਵੀ ਕਿਸ ਟਾਈਪ ਦੇ ਅੰਡਰ ਆ ਰਿਹਾ ਹੈ। ਜਿਹੜੇ ਆਪਣੇ ਕੋਲ ਆਲਰੇਡੀ ਵਾਊਚਰ ਕ੍ਰੀਏਟਡ ਹੈ ਆਪਾਂ ਉਹਨਾਂ ਦੇ ਅੰਡਰ ਹੀ ਸਭ ਵਾਊਚਰ ਟਾਈਪਸ ਕ੍ਰੀਏਟ ਕਰ ਸਕਦੇ ਹਾਂ। ਤਾਂ ਇਹ ਆਪਣਾ ਕਿਸ ਦੇ ਅੰਡਰ ਆਏਗਾ, ਇਹ ਆਪਣਾ ਆਏਗਾ ਸਟਾਕ ਜਰਨਲ ਦੇ ਵਿੱਚ। ਤਾਂ ਤੁਸੀਂ ਸਟਾਕ ਜਰਨਲ ਨੂੰ ਸਿਲੈਕਟ ਕਰ ਲੈਣਾ ਹੈ। ਦੈਨ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਸੈਕਿੰਡ ਲਾਸਟ ਆਪਸ਼ਨ ਆ ਰਹੀ ਹੈ ਯੂਜ਼ ਐਜ਼ ਅ ਮੈਨੂਫੈਕਚਰਿੰਗ ਜਰਨਲ। ਮੀਨਸ ਜਿਹੜਾ ਇਹ ਵਾਊਚਰ ਤੁਸੀਂ ਕ੍ਰੀਏਟ ਕਰ ਰਹੇ ਹੋ ਇਸ ਨੂੰ ਐਜ਼ ਅ ਮੈਨੂਫੈਕਚਰਿੰਗ ਜਰਨਲ ਯੂਜ਼ ਕਰਨਾ ਹੈ। ਤਾਂ ਤੁਸੀਂ ਬਸ ਹੋਰ ਕੁਝ ਵੀ ਨਹੀਂ ਕਰਨਾ, ਤੁਸੀਂ ਬਸ ਲਾਸਟ ਦੇ ਵਿੱਚ ਇਹ ਆਪਸ਼ਨ ਨੂੰ ਨੋ ਹੋਈ ਹੈ ਤੁਸੀਂ ਯੈਸ ਕਰ ਦੇਣਾ ਹੈ, ਬਸ ਸਿੰਪਲ। ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਮੈਨੂਫੈਕਚਰਿੰਗ ਜਰਨਲ ਹੈ ਵਾਊਚਰ ਹੈ ਉਹ ਤੁਸੀਂ ਕ੍ਰੀਏਟ ਕਰ ਲੈਣਾ ਹੈ। ਇਸ ਨੂੰ ਆਪਾਂ ਯੈਸ ਕਰਕੇ ਸੇਵ ਕਰ ਲਾਂਗੇ। ਫਿਰ ਅਗੇਨ ਆਪਾਂ ਐਸਕੇਪ ਕਰਕੇ ਗੇਟਵੇ ਆਫ ਟੈਲੀ ਤੇ ਆ ਜਾਵਾਂਗੇ। ਨੈਕਸਟ ਸਟੈਪ ਪੜ੍ਹਦੇ ਹਾਂ। ਤਾਂ ਨੈਕਸਟ ਸਟੈਪ ਦੇ ਵਿੱਚ ਕੀ ਕਹਿ ਰਿਹਾ ਹੈ, ਮੈਨੂਫੈਕਚਰ 100 ਪੀਸਿਸ ਆਫ ਕੰਪਿਊਟਰ ਐਂਡ ਆਪਾਂ ਨੂੰ ਨਾਲ ਇਹਨਾਂ ਦੇ ਐਡੀਸ਼ਨਲ ਕੋਸਟ ਵੀ ਦਿੱਤੀ ਹੋਈ ਹੈ ਵੀ ਕੰਪਿਊਟਰ ਨੂੰ ਬਣਾਉਣ ਲਈ ਜਿਹੜੀ ਕੋਸਟਿੰਗ ਲੱਗੀ ਹੈਗੇ ਜਾਂ ਕਹਿ ਦਿਓ ਐਕਸਪੈਂਸਿਸ ਆਏ ਉਹ ਕਿਹੜੇ ਹੈ। ਤਾਂ ਮੈਨੂਫੈਕਚਰ ਕਰਨਾ ਹੈ ਤਾਂ ਮੈਨੂਫੈਕਚਰਿੰਗ ਦੀ ਐਂਟਰੀ ਆਪਾਂ ਕਿੱਥੇ ਰਿਕਾਰਡ ਕਰਾਂਗੇ, ਮੈਨੂਫੈਕਚਰਿੰਗ ਜਰਨਲ ਦੇ ਵਿੱਚ, ਜੋ ਕਿ ਆਪਾਂ ਹੁਣੇ ਕ੍ਰੀਏਟ ਕੀਤਾ ਹੈ। ਤਾਂ ਤੁਸੀਂ ਟੈਲੀ ਤੇ ਆ ਜਾਣਾ ਹੈ। ਤਾਂ ਹੁਣ ਐਂਟਰੀ ਰਿਕਾਰਡ ਕਰਨੀ ਹੈ ਤਾਂ ਆਪਾਂ ਕਿੱਥੇ ਜਾਵਾਂਗੇ, ਵਾਊਚਰ ਦੇ ਵਿੱਚ। ਤਾਂ ਹੁਣ ਆਪਾਂ ਮੈਨੂਫੈਕਚਰਿੰਗ ਜਰਨਲ ਨੂੰ ਓਪਨ ਕਰਨਾ ਹੈ। ਤਾਂ ਇੱਥੇ ਆਪਾਂ ਨੂੰ ਕਿਤੇ ਵੀ ਸ਼ੋ ਨਹੀਂ ਹੋ ਰਿਹਾ ਤਾਂ ਆਪਾਂ ਕਿੱਥੇ ਜਾਵਾਂਗੇ, ਅਦਰ ਵਾਊਚਰ ਦੇ ਵਿੱਚ। ਤਾਂ ਤੁਸੀਂ ਅਦਰ ਵਾਊਚਰ ਤੇ ਕਲਿੱਕ ਕਰ ਲੈਣਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਨਵੈਂਟਰੀ ਵਾਊਚਰ ਦੇ ਵਿੱਚ ਹੁਣ ਆਪਣੇ ਕੋਲ ਉਰੇ ਮੈਨੂਫੈਕਚਰਿੰਗ ਜਰਨਲ ਸ਼ੋ ਹੋ ਰਿਹਾ ਹੈ। ਤਾਂ ਤੁਸੀਂ ਚਾਹੇ ਇਸ ਨੂੰ Alt+F7 ਕਰਕੇ ਵੀ ਓਪਨ ਕਰ ਸਕਦੇ ਹੋ। ਤਾਂ ਆਪਾਂ ਇਸ ਤੇ ਕਲਿੱਕ ਕਰ ਲਾਂਗੇ। तो तुसी देख सकते हो ये है अपना मैन्युफैक्चरिंग जर्नल। तुसी देख सकते हो इसका टाइटल मैन्युफैक्चर ऑफ मटीरियल्स, मतलब ये आप वाउचर किहदे लई यूज़ करते हैं जदों आपां कोई भी मटीरियल नूं मैन्युफैक्चर कर रहे हैं। तो सब तो पहला उरे की लिखिया आ रहा आपां नूं नेम ऑफ प्रोडक्ट, भी तुसी केड़ा प्रोडक्ट मैन्युफैक्चर कर रहे हो। तो आपां केड़ा प्रोडक्ट मैन्युफैक्चर करना है, कंप्यूटर। तो तुसी उरे कंप्यूटर सी प्रेस करोगे तो तुहाडे कोल लिस्ट ओपन हो जाएगी। तो तुसी इत्थों कंप्यूटर चूज़ कर लेना है डबल क्लिक करके। तो तुसी देख सकते हो नेम ऑफ BOM उन्हें ऑटोमैटिक चक लिया, क्योंकि आप जो आप स्टॉक आइटम बनाई सी वो आप डिफाइन किया सी उस टाइम। तो तुसी देख सकते हो इसके कंपोनेंट्स भी जोड़े कंपोनेंट्स लगे हैं कंप्यूटर को बनाने लिए वो ऑटोमैटिकली उरे फीडअप हो चुके हैं। जे तुसी BOM डिफाइन नहीं करते फिर तुहानू इत्थे ये 1 बाय 1 डिफाइन करने पैंदे हैं। जे आपां BOM डिफाइन कर देने आ तो ये बहुत ही ईजिली आपां नू ईजी वे हो जाता है एंट्री नू रिकॉर्ड करन दे लई। दैन उरे आ जाएगा गडाउन। ये गडाउन आप उरे केड़ा डिफाइन करांगे कि जो आप कंप्यूटर मैन्युफैक्चर कर रहे हैं तो केड़ा गडाउन यूज़ कर रहे हैं, या कह दो भी जो आप कंप्यूटर मैन्युफैक्चर कर लांगे तो कित्थे रखांगे उसनू। तो तुसी स्पेस प्रेस कर लो। तो मैं सपोज जो कंप्यूटर मैन्युफैक्चर करके कित्थे रखना है, मेन लोकेशन च रखना है। तो आप मेन लोकेशन ले लांगे।
ਹੁਣ ਆਪਾਂ ਉਰੇ ਕੁਆਂਟੀਟੀ ਡਿਫਾਈਨ ਕਰਾਂਗੇ ਵੀ ਤੁਸੀਂ ਕਿੰਨੀ ਕੁਆਂਟੀਟੀ ਮੈਨੂਫੈਕਚਰ ਕਰ ਰਹੇ ਹੋ। ਤੇ ਆਪਾਂ ਨੂੰ ਐਗਜ਼ਾਮਪਲ ਦੇ ਵਿੱਚ ਕਿੰਨੀ ਕੁਆਂਟੀਟੀ ਕਹੀ ਗਈ ਹੈ, 100 ਪੀਸਿਸ ਕਹੇ ਗਏ ਹੈ। ਤਾਂ ਤੁਸੀਂ ਇੱਥੇ ਟੈਲੀ ਦੇ ਵਿੱਚ ਆ ਕੇ ਤੁਸੀਂ ਉਰੇ ਡਿਫਾਈਨ ਕਰ ਦੇਣਾ ਹੈ 100, ਐਂਟਰ ਪ੍ਰੈਸ ਕਰ ਦੋਗੇ। ਤਾਂ ਤੁਸੀਂ ਦੇਖ ਸਕਦੇ ਹੋ ਇਸ ਜਿਵੇਂ ਆਪਾਂ BOM ਦੇ ਵਿੱਚ ਡਿਫਾਈਨ ਕੀਤਾ ਸੀ ਵੀ ਇੱਕ ਕੰਪਿਊਟਰ ਨੂੰ ਬਣਾਉਣ ਲਈ ਇਹ ਚੀਜ਼ ਇੰਨੀ ਲੱਗੀ ਹੈ, ਉਸ ਅਕੋਰਡਿੰਗ ਉਹਨੇ 100 ਪੀਸਿਸ ਦਾ ਸਾਰਾ ਡਿਫਾਈਨ ਕਰਤਾ ਵੀ 100 ਪੀਸਿਸ ਨੂੰ ਬਣਾਉਣ ਲਈ CPU ਕਿੰਨੇ ਲੱਗ ਰਹੇ ਹੈ, ਫਲੋਪੀ ਕਿੰਨੀ ਲੱਗ ਰਹੀ ਹੈ, ਹਾਰਡ ਡਿਸਕ ਕਿੰਨੀ ਲੱਗ ਰਹੀ ਹੈ, ਕੀਬੋਰਡ ਮਾਊਸ ਮੋਨੀਟਰ, ਇਹ ਸਾਰਾ ਕੁਝ ਕਿੰਨਾ ਲੱਗ ਰਿਹਾ ਹੈ ਤੇ ਇਹ ਇਹਨਾਂ ਦੇ ਰੇਟ ਆ ਗਈ। ਕਿਉਂਕਿ ਆਪਾਂ ਜਦੋਂ ਵੀ ਕਿਸੇ ਚੀਜ਼ ਦੀ ਕੋਸਟਿੰਗ ਕਰਦੇ ਆ ਇਹ ਆਪਾਂ ਆਪਣੀ ਪਰਚੇਜ਼ ਦੇ ਅਕੋਰਡਿੰਗ ਕਰਦੇ ਨਾ ਵੀ ਇਹ ਚੀਜ਼ ਆਪਾਂ ਇੰਨੇ ਦੀ ਪਰਚੇਜ਼ ਕੀਤੀ ਸੀ ਵੀ ਇੰਨਾ ਖਰਚਾ ਆ ਗਿਆ, ਤਾਂ ਇਹ ਸਾਰਾ ਉਸ ਦੇ ਅਕੋਰਡਿੰਗ ਹੈ। ਅਗਰ ਤੁਸੀਂ ਆਈਟਮਸ ਨੂੰ ਪਰਚੇਜ਼ ਨਹੀਂ ਕਰੋਗੇ ਪਹਿਲੀ ਗੱਲ ਤਾਂ ਤੁਹਾਡੇ ਕੋਲ ਸਟਾਕ ਹੀ ਨਹੀਂ ਸ਼ੋ ਹੋਏਗਾ ਐਂਡ ਨਾ ਤੁਹਾਨੂੰ ਰੇ ਰੇਟ ਸ਼ੋ ਹੋਣਗੇ, ਤੇ ਇਹ ਉਸ ਦੇ ਅਕੋਰਡਿੰਗ ਆ ਗਿਆ। ਦੈਨ ਉਸ ਤੋਂ ਬਾਅਦ ਆਪਾਂ ਆਪਣੀ ਰਾਈਟ ਹੈਂਡ ਸਾਈਡ ਆ ਜਾਂਦੇ ਆ। ਇੱਥੇ ਆਪਾਂ ਨੂੰ ਕੀ ਲਿਖਿਆ ਆ ਰਿਹਾ, ਕੋ ਪ੍ਰੋਡਕਟ, ਬਾਈ ਪ੍ਰੋਡਕਟ ਔਰ ਸਕ੍ਰੈਪ। ਮੀਨਸ ਸਕ੍ਰੈਪ ਕੀ ਹੁੰਦਾ ਹੈ, ਜਿਵੇਂ ਆਪਾਂ ਕੋਈ ਚੀਜ਼ ਮੈਨੂਫੈਕਚਰ ਕਰ ਰਹੇ ਹਾਂ ਉਸ ਤੋਂ ਬਾਅਦ ਕੋਈ ਸਕ੍ਰੈਪ ਥੋੜੀ ਬਹੁਤੀ ਚੀਜ਼ਾਂ ਬਚ ਗਿਆ, ਟੁੱਟਿਆ ਫੁੱਟਿਆ ਸਮਾਨ ਬਚ ਗਿਆ, ਤਾਂ ਉਹ ਆਪਣਾ ਕੀ ਹੁੰਦਾ, ਸਕ੍ਰੈਪ ਹੁੰਦਾ ਹੈ। ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਲੱਕੜ ਦਾ ਕੰਮ ਕਰਾਉਂਦੇ ਆ ਤਾਂ ਉਹਦੇ ਨਾਲ ਆਪਣੀ ਕੀ ਹੁੰਦੀ ਹੈ, ਥੋੜਾ ਵੁਡਨ ਬਚ ਜਾਂਦੀ ਹੈ, ਉਹ ਆਪਾਂ ਸੇਲ ਵੀ ਕਰ ਦਿੰਦੇ ਆ ਸਕ੍ਰੈਪ ਦੀ ਤੌਰ ਤੇ, ਜਾਂ ਆਪਾਂ ਉਸ ਤੋਂ ਕੁਝ ਹੋਰ ਕ੍ਰੀਏਟ ਕਰ ਲੈਂਦੇ ਆ ਤਾਂ ਉਹ ਕੀ ਬਣ ਜਾਂਦੇ ਆਪਣੇ ਬਾਈ ਪ੍ਰੋਡਕਟ ਜਾਂ ਸਕ੍ਰੈਪ। ਉਹ ਵੀ ਤੁਸੀਂ ਉਰੇ ਡਿਫਾਈਨ ਕਰ ਸਕਦੇ ਹੋ, ਕਿਉਂਕਿ ਇਸ ਦੇ ਨਾਲ ਕੀ ਹੋਏਗਾ, ਤੁਹਾਡੀ ਜਿਹੜੀ ਆਈਟਮ ਹੈ ਜੋ ਤੁਸੀਂ ਮੈਨੂਫੈਕਚਰ ਕਰ ਰਹੇ ਹੋ ਉਸ ਦੀ ਕੋਸਟਿੰਗ ਘਟ ਜਾਏਗੀ, ਕਿਉਂਕਿ ਤੁਹਾਡੀ ਜਿਹੜੀ ਸਕ੍ਰੈਪ ਬਚ ਜਾਏਗਾ ਉਹ ਵੇਸਟ ਨਹੀਂ ਜਾ ਰਿਹਾ, ਉਸ ਦੀ ਵੀ ਤੁਹਾਨੂੰ ਵੈਲਿਊ ਮਿਲ ਰਹੀ ਹੈ। ਤਾਂ ਉਹ ਤੁਸੀਂ ਉਰੇ ਡਿਫਾਈਨ ਕਰ ਦੇਣਾ ਵੀ ਨੇਮ ਆਫ ਆਈਟਮ ਕੀ ਹੈ, ਗੋਡਾਊਨ ਕੀ ਹੈ ਤੇ ਕਿੰਨੇ ਪਰਸੈਂਟੇਜ ਉਸ ਦੀ ਐਲੋਕੇਸ਼ਨ ਹੈ, ਜਾਂ ਤੁਸੀਂ ਸਿੱਧੀ ਅਮਾਊਂਟ ਵੀ ਫਿਲ ਕਰ ਸਕਦੇ ਹੋ ਵੀ ਕਿੰਨੀ ਅਮਾਊਂਟ ਦੀ ਸਕ੍ਰੈਪ ਹੈਗੀ ਹੈ। ਠੀਕ ਹੈ, ਦੈਨ ਤੁਸੀਂ ਐਂਟਰ ਪ੍ਰੈਸ ਕਰਕੇ ਆ ਜਾਓਗੇ ਆਪਣਾ ਰਾਈਟ ਹੈਂਡ ਸਾਈਡ। ਹੁਣ ਆਪਾਂ ਇੱਥੇ ਡਿਫਾਈਨ ਕਰਾਂਗੇ ਕੋਸਟ ਆਫ ਕੰਪੋਨੈਂਟਸ, ਟਾਈਪਸ ਆਫ ਐਡੀਸ਼ਨਲ ਕੋਸਟ। ਮੀਨਸ ਵੀ ਤੁਹਾਨੂੰ ਕੰਪਿਊਟਰ ਨੂੰ ਮੈਨੂਫੈਕਚਰ ਕਰਨ ਲਈ ਹੋਰ ਕਿਹੜੀ ਕੋਸਟ ਲੱਗੀ ਹੈ, ਜੋ ਕਿ ਆਪਾਂ ਨੂੰ ਇਹ ਦਿੱਤੀ ਹੋਈ ਹੈ ਵੀ ਆਪਾਂ ਨੂੰ ਲੇਬਰ ਲੱਗੀ ਹੈ ਐਂਡ ਇਲੈਕਟ੍ਰਿਸਿਟੀ ਲੱਗੀ ਹੈ। ਲੇਬਰ ਕਿੰਨੀ ਦਿੱਤੀ ਹੋਈ ਆਪਾਂ ਨੂੰ 20% ਲੇਬਰ ਲੱਗੀ ਹੈ ਐਂਡ ਇਲੈਕਟ੍ਰਿਸਿਟੀ ਆਪਣੀ 1 ਲੱਖ ਲੱਗੀ ਹੈ। ਤਾਂ ਆਪਾਂ ਉਰੇ ਡਿਫਾਈਨ ਕਰਾਂਗੇ, ਤੁਸੀਂ ਸਪੇਸ ਪ੍ਰੈਸ ਕਰ ਲਓ ਤਾਂ ਤੁਸੀਂ ਦੇਖ ਸਕਦੇ ਹੋ ਲੈਜਰਸ ਆਫ ਅਕਾਊਂਟ ਦੇ ਵਿੱਚ ਆਪਾਂ ਨੂੰ ਸ਼ੋ ਨਹੀਂ ਹੋ ਰਿਹਾ, ਤਾਂ ਆਪਾਂ ਇੱਥੇ ਕ੍ਰੀਏਟ ਕਰ ਲਾਂਗੇ। ਕ੍ਰੀਏਟ ਦੀ ਆਪਸ਼ਨ ਆਪਾਂ ਨੂੰ ਇੱਥੇ ਹੀ ਮਿਲ ਜਾਂਦੀ ਹੈ, ਤਾਂ ਤੁਸੀਂ ਇਸ ਤੇ ਕਲਿੱਕ ਕਰ ਲੈਣਾ ਹੈ। ਡਬਲ ਕਲਿੱਕ ਕਰੋਗੇ ਤਾਂ ਇੱਥੇ ਸਭ ਤੋਂ ਪਹਿਲਾਂ ਆਪਾਂ ਕੀ ਕ੍ਰੀਏਟ ਕਰਾਂਗੇ, ਲੇਬਰ ਕ੍ਰੀਏਟ ਕਰ ਲਾਂਗੇ। ਐਂਟਰ ਕਰ ਲਓਗੇ ਤਾਂ ਲੇਬਰ ਕੀ ਹੈ, ਇੱਕ ਡਾਇਰੈਕਟ ਐਕਸਪੈਂਸ ਹੈ ਕਿਉਂਕਿ ਉਹ ਡਾਇਰੈਕਟਲੀ ਮੈਨੂਫੈਕਚਰਿੰਗ ਦੇ ਵਿੱਚ ਇਨਵੋਲਵਡ ਹੈ। ਤਾਂ ਤੁਸੀਂ ਇੱਥੇ ਡਾਇਰੈਕਟ ਐਕਸਪੈਂਸ ਲੈ ਲਓਗੇ, ਤਾਂ ਤੁਸੀਂ ਇੱਥੋਂ ਲੈ ਲਓਗੇ ਡਾਇਰੈਕਟ ਐਕਸਪੈਂਸ, ਕੰਟਰੋਲ ਏ ਕਰਕੇ ਤੁਸੀਂ ਇਸ ਨੂੰ ਕਰ ਲਓਗੇ ਸੇਵ। ਤਾਂ ਹੁਣ ਇੱਥੇ ਆਪਾਂ ਨੂੰ ਪਰਸੈਂਟੇਜ ਪੁੱਛ ਰਿਹਾ, ਆਪਾਂ ਨੂੰ ਦਿੱਤੀ ਵੀ ਪਰਸੈਂਟੇਜ ਹੋਈ ਹੈ, ਕਿੰਨੀ ਪਰਸੈਂਟ ਲੱਗੀ ਹੈ, 20% ਲੱਗੀ ਹੈ, ਤਾਂ ਤੁਸੀਂ ਉਰੇ ਟਾਈਪ ਕਰ ਦੋਗੇ 20%। ਤਾਂ ਉਹ ਆਪਣੇ ਆਪ ਇਸ ਨੂੰ ਕੈਲਕੂਲੇਟ ਕਰ ਲੇਗਾ, ਜਿੰਨੀ ਆਪਣੀ ਕੋਸਟਿੰਗ ਆਈ ਹੈ ਉਸ ਦਾ 20% ਆਪਣਾ ਕੀ ਹੈਗਾ, ਲੇਬਰ ਹੈਗਾ। ਦੈਨ ਤੁਸੀਂ ਐਂਟਰ ਕਰਨਾ ਹੈ। ਨੈਕਸਟ ਆਪਾਂ ਕੰਪੋਨੈਂਟ ਲੈ ਲੈਂਦੇ ਆਪਣਾ ਐਡੀਸ਼ਨਲ ਕੋਸਟ ਦਾ। ਨੈਕਸਟ ਹੈ ਆਪਣੀ ਇਲੈਕਟ੍ਰਿਸਿਟੀ, ਤਾਂ ਤੁਸੀਂ ਇੱਥੇ ਵੀ ਆਲਟ ਸੀ ਪ੍ਰੈਸ ਕਰਕੇ ਵੀ ਕ੍ਰੀਏਟ ਕਰ ਸਕਦੇ ਹੋ, ਜਾਂ ਤੁਸੀਂ ਜੋ ਆਪਾਂ ਪਹਿਲਾ ਤਰੀਕਾ ਯੂਜ਼ ਕੀਤਾ ਉਸ ਦੇ ਨਾਲ ਵੀ ਕਰ ਸਕਦੇ ਹੋ। ਮੈਂ ਆਲਟ ਸੀ ਪ੍ਰੈਸ ਕਰਾਂਗੀ, ਦੈਨ ਆਪਾਂ ਉਰੇ ਕ੍ਰੀਏਟ ਕਰਾਂਗੇ ਇਲੈਕਟ੍ਰੀਸਿਟੀ। ਤਾਂ ਇਹ ਵੀ ਆਪਾਂ ਡਾਇਰੈਕਟ ਐਕਸਪੈਂਸ ਦੇ ਅੰਡਰ ਹੀ ਰੱਖਾਂਗੇ। ਕੰਟਰੋਲ ਏ ਕਰਕੇ ਇਸ ਨੂੰ ਸੇਵ ਕਰ ਦਾਂਗੇ। ਹੁਣ ਆਪਾਂ ਨੂੰ ਇੱਥੇ ਇਲੈਕਟ੍ਰਿਸਿਟੀ ਦੀ ਪਰਸੈਂਟੇਜ ਨਹੀਂ ਦਿੱਤੀ ਹੋਈ, ਸਿੱਧੀ ਅਮਾਊਂਟ ਦਿੱਤੀ ਹੋਈ ਹੈ, ਤਾਂ ਤੁਸੀਂ ਪਰਸੈਂਟੇਜ ਤੋਂ ਵੀ ਐਂਟਰ ਪ੍ਰੈਸ ਕਰਕੇ ਤੁਸੀਂ ਉਰੇ ਡਿਫਾਈਨ ਕਰ ਦੋਗੇ 1 ਲੱਖ ਰੁਪਏ। ਐਂਟਰ ਕਰ ਦੋ ਤਾਂ ਇਹ ਆਪਣੀਆਂ ਐਡੀਸ਼ਨਲ ਕੋਸਟ ਹੋ ਗਈਆਂ। ਟੋਟਲ ਆਪਣੀਆਂ ਕਿੰਨੇ ਦੀਆਂ ਹੋ ਗਈਆਂ ਐਡੀਸ਼ਨਲ ਕੋਸਟ, 3,49,000। ਤਾਂ ਪਹਿਲਾਂ ਆਪਣੀ ਜਿਹੜੀ ਕੋਸਟਿੰਗ ਆ ਰਹੀ ਸੀਗੀ 100 ਪੀਸਿਸ ਕੰਪਿਊਟਰ ਦੀ, ਉਹ ਸੀਗੀ 12,45,000, ਜਿਸ ਦੇ ਵਿੱਚ ਕਿ 3,49,000 ਐਡ ਹੋ ਗਿਆ ਤੇ ਤੁਹਾਡੀ ਟੋਟਲ ਕੋਸਟ 100 ਪੀਸਿਸ ਆਫ ਕੰਪਿਊਟਰ ਦੀ ਕਿੰਨੀ ਹੈ, 15,94,000। ਈਵਨ ਕਿ ਤੁਹਾਨੂੰ ਇੱਥੇ ਇਹ ਵੀ ਪਤਾ ਲੱਗ ਰਿਹਾ ਵੀ ਇੱਕ ਕੰਪਿਊਟਰ ਨੂੰ ਕਿੰਨੀ ਕੋਸਟਿੰਗ ਲੱਗੀ ਹੈ, ਤਾਂ ਇੱਕ ਕੰਪਿਊਟਰ ਦੀ ਜਿਹੜੀ ਕੋਸਟਿੰਗ ਹੈ ਉਹ ਹੈ 15,940, ਜਿਸ ਦੇ ਨਾਲ ਕਿ ਤੁਸੀਂ ਆਪਣਾ ਖੁਦ ਦਾ ਰੇਟ ਕ੍ਰੀਏਟ ਕਰ ਸਕਦੇ ਹੋ ਵੀ ਤੁਹਾਨੂੰ ਇੰਨੀ ਕੋਸਟਿੰਗ ਪਈ ਹੈ, ਤੁਸੀਂ ਆਪਣਾ ਪ੍ਰੋਫਿਟ ਮਾਰਜਨ ਕਰਕੇ ਤੁਸੀਂ ਇਸ ਕੰਪਿਊਟਰ ਨੂੰ ਇੰਨੇ ਤੇ ਸੇਲ ਕਰਨਾ ਹੈ। ਤਾਂ ਬਹੁਤ ਈਜ਼ੀਲੀ ਆਪਾਂ ਮੈਨੂਫੈਕਚਰਿੰਗ ਦੀ
एंट्री रिकॉर्ड कर सकते हैं टैली प्राइम दे विच। बिल्कुल भी डिफिकल्ट नहीं सी, बस तुसी प्रॉपर स्टैप्स नू फॉलो करना है, सारियां चीज़ां नू प्रॉपर डिफाइन करना है, तो बहुत ही ईजी है। BOM भी मैं तुहानू समझा दिता भी BOM कदों क्रिएट करना है, जदों तुसी स्टॉक आइटम क्रिएट कर रहे हो उस टाइम डिफाइन करना है। अगर तुसी नहीं डिफाइन करोगे तो तुहानू ये सारियां आइटम्स 1 बाय 1 डिफाइन करनियां पैणगियां सिंगल सिंगल, जिस दे नाल कि कई बारी अपने तो स्किप भी हो सकता है। जे तुसी पहले ही बिल ऑफ मटीरियल च डिफाइन कर दोगे तो तुहाडे लई ईजी हो जाएगा। तो इस तरह तुसी इसनू सेव कर लेना है। तो इस तरह तुहाडी जिहड़ी मैन्युफैक्चरिंग दी जो एंट्री है वो रिकॉर्ड होएगी टैली प्राइम दे विच। तो आपां हुण देख लैंदे कि अपने कोल कंप्यूटर दे जिहड़े 100 पीसिस ने वो शो कर रहा है कि नहीं कर रहा है। तो आपां एस्केप प्रेस करांगे, एस्केप प्रेस करके आप आ जाएंगे डिस्प्ले मोर रिपोर्ट्स ते, तुसी इस ते कर लेना है डबल क्लिक। दैन आप आ जाएंगे इन्वेंटरी बुक्स ते, तुसी इस ते भी डबल क्लिक कर लेना है। हुण आपां किहड़ी स्टॉक आइटम देखनी कंप्यूटर, तो आप स्टॉक आइटम ते क्लिक करांगे। तो किहड़ी स्टॉक आइटम है अपने कंप्यूटर तो तुसी जदों ही इस ते क्लिक करोगे तो तुसी देख सकते हो इस दे विच अपने कोल 100 पीसिस शो कर रहा है, क्योंकि ये आपां मैन्युफैक्चर कर चुके हैं एंड इसका वैल्यू भी आ रही है जो कि आपां नूं मैन्युफैक्चरिंग टाइम भी शो कर रहा सी कैलकुलेशनस करन तो बाद। इस तरह तुसी जिहड़ी मैन्युफैक्चरिंग की एंट्री है वो रिकॉर्ड करनी है। एंड ये आपां मैन्युफैक्चर कित्थे करके रखे सीगे मेन लोकेशन च, तो आपां वो भी चैक कर लेने। स्केप करांगे, स्केप करके तुसी आ जाना है गडाउन्स ते, स्टॉक आइटम के नीचे ही ऑप्शन है गडाउन्स की, तुसी इस ते डबल क्लिक करना है। तो मेन लोकेशन ते जदों तुसी क्लिक करोगे तो तुसी देख सकते हो इत्थे भी आपां नूं कंप्यूटर शो हो रहा है किन्ने पीसिस है, 100 है, एक दा रेट दिखा रहा है, टोटल अपना ए रेट आ रहा है, वैल्यू आ रही है। तो बहुत ही ईजिली मैन्युफैक्चरिंग की एंट्री रिकॉर्ड होती है टैली प्राइम दे विच। तो हुण आपां अपनी लास्ट एंट्री देख लैंदे एग्जाम्पल दे विच, तो तुसी इत्थे क्लिक करना है। तो लास्ट एंट्री की कह रही है आपां नूं 10 पीसिस ऑफ कंप्यूटर सोल्ड टू क्लाउड एंटरप्राइजेज ₹25,000 मीनस तुसी 10 पीसिस सोल्ड किए हैं क्लाउड एंटरप्राइजेज नूं 25,000 रेट ते। तो तुसी इसकी एंट्री किद्दां रिकॉर्ड करनी है, टैली प्राइम ते आ जाओगे, एस्केप करके तुसी आ जाना है गेटवे ऑफ टैली ते। दैन तुसी वाउचर्स ते क्लिक करना है। हुण आपां सेल्स की एंट्री क्रिएट करनी है तो आपां सेल्स ते क्लिक कर लांगे, सेल्स वाउचर ओपन कर लांगे। किहड़ी पार्टी नूं आपां सेल कर रहे हैं, क्लाउड एंटरप्राइजेज नूं, तो तुसी उरे क्लाउड एंटरप्राइजेज नूं ले लेना है। दैन अपना उरे सेल्स लेजर आ जाएगा, सेल्स अकाउंट, दैन आएगा नेम ऑफ आइटम जिहड़ी तुसी आइटम सोल्ड कर रहे हो, किहड़ी आइटम सोल्ड कर रहे हैं आपां कंप्यूटर सोल्ड कर रहे हैं, किन्ने पीसिस 10 पीसिस एंड रेट की है 25,000। तो तुसी उरे पहला स्पेस प्रेस करनी है। लिस्ट दे विच हुण तुसी देख सकते हो तुहाडे कोल कंप्यूटर भी शो हो रहे ने 100 पीसिस एंड तुसी देख सकते हो तुहाडे कोल इत्थे जिहड़ियां स्टॉक आइटम्स ने इन्हां दे भी पीसिस घट चुके हैं। आपां किन्ने परचेज कीते सी, आपां 200 परचेज कीते सी ते हुण आपां नूं इत्थे किन्ने शो हो रहे हैं 100, क्योंकि आपां 100 पीसिस कित्थे यूज़ कर ले कंप्यूटर नूं मैन्युफैक्चर करन दे लई। तां इदां ये सारी रिपोर्टिंग मेनटेन हुंदी है। तां आपां हुण इत्थे कंप्यूटर सिलेक्ट कर लांगे, गडाउन लवांगे भी किहड़े गडाउन चों सेल कर रहे हो। स्पेस प्रेस करोगे तो तुसी देखो आप मेन लोकेशन च रखे सी, तो आपां नूं मेन लोकेशन च ही इसदे पीसिस शो हो रहे हैं। तो तुसी मेन लोकेशन नूं सिलेक्ट कर लेना है। किन्ने पीसिस आपां सोल्ड कर रहे हैं, आपां कर रहे हैं 10 पीसिस, रेट है 25,000। तो आपां उरे 10 पीसिस लिख लांगे, एंटर करांगे। दैन अपना रेट कितना है 25,000 तुसी एंटर कर देना है। तो इदां तुसी जिहड़ी सोल्ड दी या कह लो सेल्स की एंट्री है वो आपां रिकॉर्ड कर लेने। तो यस करके तुसी इसनूं एक्सेप्ट कर लेना है। तो तुसी देख सकते हो बहुत ही ईजिली आपां देखिया कि मैन्युफैक्चरिंग की एंट्री किद्दां क्रिएट होंदी है, किद्दां मैन्युफैक्चरिंग जर्नल क्रिएट होंदा है टैली प्राइम दे विच, ते किद्दां आपां रिकॉर्ड करते हैं मैन्युफैक्चरिंग जर्नल दे विच एंट्री एंड BOM किद्दां डिफाइन होंदा है। तो आई होप तुहानूं अज दा टॉपिक समझ आया होएगा। अगर किसी भी स्टूडेंट का कोई डाउट है तो तुसी मैनूं कमेंट सैक्शन दे विच दस सकते हो। तुसी इस एग्जाम्पल की प्रॉपर प्रैक्टिस करनी है एंड नैक्सट वीडियो दे विच आपां तुहाडा नैक्सट टॉपिक लैके आवांगे, तो तुसी उदों तक इस टॉपिक की प्रैक्टिस करनी है। एंड जिहड़े स्टूडेंट साडे चैनल ते न्यू ने एंड जिन्हां ने हुण तक साडे चैनल नूं सबसक्राइब नहीं कीता, तो तुसी जल्दी तो जल्दी साडे चैनल नूं सबसक्राइब करो एंड बैल आइकन नूं भी जरूर प्रेस करो तां जो टाइम टू टाइम तुहानूं नोटिफिकेशनस मिलदियां रहन। तां मिलदे हां नैक्सट वीडियो दे विच। थैंक यू सो मच।